ਇਸ ਸੱਚੀ ਕਹਾਣੀ ਦੇ ਵਿੱਚ ਬੇਹੱਦ ਡਰ ਹੈ। ਇਸ ਦਾ ਸਹੀ ਅਨੁਭਵ ਲੈਣ ਲਈ ਕਿਰਪਾ ਕਰਕੇ ਹੈੱਡਫੋਨਸ ਲਗਾ ਕੇ ਅਖੀਰ ਤੱਕ ਸੁਣੋ। तो आओ ਸੁਣੀਏ ਅੱਜ ਦੀ ਦੋ ਸੱਚੀ ਏਲੀਅਨਸ ਦੀ ਕਹਾਣੀ। ਡਾਇਟਲੋ ਪਾਸ ਦੁਰਘਟਨਾ ਇੱਕ ਘਟਨਾ ਨੂੰ ਦਰਸਾਉਂਦੀ ਹੈ ਜਿਸ ਦੇ ਨਤੀਜੇ ਵਜੋਂ ਉੱਤਰੀ ਉਰਲ ਪਹਾੜਾਂ ਵਿੱਚੋਂ 9 ਸਕੀ ਹਾਈਕਰਾਂ ਦੀ ਮੌਤ ਹੋ ਗਈ ਸੀ। ਸਕੀ ਹਾਈਕਰ ਉਹ ਹੁੰਦੇ ਹਨ ਜੋ ਬਰਫੀਲੇ ਪਹਾੜਾਂ ਤੇ ਚੜ੍ਹਦੇ ਹਨ ਅਤੇ ਬਰਫੀਲੇ ਪਹਾੜਾਂ ਤੇ ਆਮ ਪਹਾੜਾਂ ਨਾਲੋਂ ਜ਼ਿਆਦਾ ਖਤਰਾ ਹੁੰਦਾ ਹੈ। ਇਸ ਲਈ ਆਪਾਂ ਜਾਣ ਗਏ ਹਾਂ ਕਿ ਸਕੀ ਹਾਈਕਰਾਂ ਦਾ ਕੰਮ ਖਤਰਨਾਕ ਹੁੰਦਾ ਹੈ। ਇਹ ਘਟਨਾ 2 ਫਰਵਰੀ 1959 ਦੀ ਰਾਤ ਨੂੰ ਖੋਲਤ ਸਿਆਖਲ ਇੱਕ ਮਾਨਸੀ ਨਾਮ ਜਿਸ ਦਾ ਅਰਥ ਹੈ ਮੁਰਦਿਆਂ ਦਾ ਪਹਾੜ ਦੇ ਪੂਰਬੀ ਮੋਢੇ ਤੇ ਵਾਪਰਿਆ ਸੀ। ਪਹਾੜੀ ਦਰੇ ਜਿੱਥੇ ਇਹ ਹਾਦਸਾ ਹੋਇਆ ਹੈ ਉਸ ਦਾ ਨਾਂ ਗਰੁੱਪ ਦੇ ਆਗੂ ਈਗੋਰ ਡਾਇਟਲੋਵ ਦੇ ਨਾਮ ਤੇ ਡਾਇਟਲੋ ਪਾਸ ਰੱਖਿਆ ਗਿਆ ਹੈ। ਹਾਈਕਰਾਂ ਦੀਆਂ ਮੌਤਾਂ ਦੇ ਰਹੱਸਮਈ ਹਾਲਾਤਾਂ ਨੇ ਬਹੁਤ ਸਾਰੀਆਂ ਅਟਕਲਾਂ ਨੂੰ ਪ੍ਰੇਰਿਤ ਕੀਤਾ ਹੈ। ਉਹਨਾਂ ਦੀ ਮੌਤਾਂ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਹਾਈਕਰਾਂ ਨੇ ਭਾਰੀ ਬਰਫ਼ ਵਿੱਚ ਨੰਗੇ ਪੈਰੀਂ ਅੰਦਰੋਂ ਆਪਣਾ ਟੈਂਟ ਖੋਲ੍ਹਿਆ ਜਦੋਂ ਕਿ ਲਾਸ਼ਾਂ ਵਿੱਚ ਸੰਘਰਸ਼ ਦੇ ਕੋਈ ਸੰਕੇਤ ਨਹੀਂ ਦਿਖਦੇ। ਇੱਕ ਪੀੜਿਤ ਦੀ ਖੋਪੜੀ ਟੁੱਟੀ ਹੋਈ ਸੀ, 2 ਦੀਆਂ ਪਸਲੀਆਂ ਟੁੱਟੀਆਂ ਹੋਈਆਂ ਸਨ ਅਤੇ ਇੱਕ ਦੀ ਜੀਭ ਗਾਇਬ ਸੀ। ਸਮਝੇ ਤੁਸੀਂ? ਜ਼ਬਾਨ ਕੱਟੀ ਨਹੀਂ, ਗਾਇਬ ਹੋ ਗਈ, ਜਿਵੇਂ ਕਿ ਉਹ ਬਿਨਾਂ ਜ਼ਬਾਨ ਤੋਂ ਪੈਦਾ ਹੋਇਆ ਹੋਵੇ। ਪਰ ਐਦਾਂ ਨਹੀਂ ਸੀ। ਪੀੜਿਤਾਂ ਦੇ ਕੱਪੜਿਆਂ ਵਿੱਚ ਰੇਡੀਏਸ਼ਨ ਦੇ ਉੱਚ ਪੱਧਰ ਸਨ। ਸੋਵੀਅਤ ਜਾਂਚਕਰਤਾਵਾਂ ਨੇ ਸਿਰਫ ਇਹ ਨਿਸ਼ਚਿਤ ਕੀਤਾ ਕਿ ਇੱਕ ਮਜਬੂਰ ਕਰਨ ਵਾਲੀ ਅਣਜਾਣ ਸ਼ਕਤੀ ਇਹਨਾਂ ਦੀ ਮੌਤ ਦਾ ਕਾਰਨ ਬਣੀ ਹੈ। ਉਸ ਤੋਂ ਬਾਅਦ ਕਈ ਸਾਲਾਂ ਤੱਕ ਖੇਤਰ ਵਿੱਚ ਦਾਖਲੇ ਨੂੰ ਰੋਕ ਦਿੱਤਾ ਗਿਆ। ਹਾਦਸੇ ਦੇ ਕਾਰਨ ਅਜੇ ਵੀ ਅਸਪਸ਼ਟ ਹਨ, ਯਾਨੀ ਕਿ ਅਜੇ ਵੀ ਸਾਨੂੰ ਨਹੀਂ ਪਤਾ ਕਿ ਉਹਨਾਂ ਦੀ ਮੌਤ ਕਿਸ ਢੰਗ ਨਾਲ ਹੋਈ ਹੈ। ਪਹਿਲਾਂ ਹੀ ਸਹਿਮਤ ਹੋ ਗਿਆ ਸੀ ਕਿ ਡਾਇਟਲੋ ਆਪਣੇ ਸਪੋਰਟਸ ਕਲੱਬ ਨੂੰ ਇੱਕ ਟੈਲੀਗ੍ਰਾਫ ਭੇਜੇਗਾ ਜਿਵੇਂ ਹੀ ਗਰੁੱਪ ਵਿਜयी ਵਾਪਸ ਆਵੇਗਾ। ਉਹ ਉਮੀਦ ਕੀਤੀ ਗਈ ਸੀ ਕਿ ਇਹ 12 ਫਰਵਰੀ ਤੋਂ ਬਾਅਦ ਹੋਵੇਗਾ, ਪਰ ਜਦੋਂ ਇਹ ਤਾਰੀਖ ਲੰਘ ਗਈ ਅਤੇ ਕੋਈ ਸੰਦੇਸ਼ ਨਹੀਂ ਆਇਆ, ਕੋਈ ਪ੍ਰਤੀਕਿਰਿਆ ਨਹੀਂ ਆਈ। ਅਜਿਹੀਆਂ ਮੁਹਿੰਮਾਂ ਵਿੱਚ ਕੁਝ ਦਿਨਾਂ ਦੀ ਦੇਰੀ ਆਮ ਗੱਲ ਸੀ। ਯਾਤਰੀਆਂ ਦੇ ਰਿਸ਼ਤੇਦਾਰਾਂ ਵੱਲੋਂ ਬਚਾਅ ਮੁਹਿੰਮ ਦੀ ਮੰਗ ਕਰਨ ਤੋਂ ਬਾਅਦ ਹੀ ਸੰਸਥਾ ਦੇ ਮੁਖੀ ਨੇ 20 ਫਰਵਰੀ ਨੂੰ ਵਾਲੰਟੀਅਰ ਵਿਦਿਆਰਥੀਆਂ ਅਤੇ ਅਧਿਆਪਕਾਂ ਵਾਲੇ ਪਹਿਲੇ ਬਚਾਅ ਸਮੂਹ ਨੂੰ ਭੇਜਿਆ। ਬਾਅਦ ਵਿੱਚ ਫੌਜ ਅਤੇ ਪੁਲਿਸ ਬਲ ਸ਼ਾਮਿਲ ਹੋ ਗਏ। ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਆਦੇਸ਼ ਦਿੱਤੇ ਗਏ ਬਚਾਅ ਕਾਰਜ ਵਿੱਚ ਸ਼ਾਮਿਲ ਹੋਣ ਲਈ। 26 ਫਰਵਰੀ ਨੂੰ ਖੋਜਕਰਤਾਵਾਂ ਨੂੰ ਖੋਲਤ ਸਿਆਖਲ ਤੇ ਛੱਡਿਆ ਗਿਆ ਕੈਂਪ ਮਿਲਿਆ। ਟੈਂਟ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੈਰਾਂ ਦੀ ਇੱਕ ਲੜੀ ਦਾ ਅਨੁਸਰਣ ਕੀਤਾ ਜਾ ਸਕਦਾ ਹੈ। ਨੇੜਲੇ ਜੰਗਲਾਂ ਦੇ ਕਿਨਾਰੇ ਟੈਂਟ ਦੇ ਉਲਟ ਪਾਸੇ 1.5 ਕਿਲੋਮੀਟਰ ਉੱਤਰ ਪੂਰਬ ਵੱਲ ਜੋ ਜਾਂਦੀ ਹੈ, ਪਰ 500 ਮੀਟਰ ਬਾਅਦ ਉਹ ਬਰਫ਼ ਨਾਲ ਢਕੇ ਹੋਏ ਸਨ ਜੋ ਜੰਗਲ ਦੇ ਕਿਨਾਰੇ ਤੇ ਇੱਕ ਵੱਡੀ ਪੁਰਾਣੀ ਪਾਈਨ ਦੇ ਹੇਠਾਂ ਸੀ। ਖੋਜਕਰਤਾਵਾਂ ਨੂੰ ਅੱਗ ਦੇ ਅਵਸ਼ੇਸ਼ ਮਿਲੇ, ਪਹਿਲੀਆਂ 2 ਲਾਸ਼ਾਂ ਦੇ ਨਾਲ ਜੋ ਜੁੱਤਿਆਂ ਤੋਂ ਰਹਿਤ ਅਤੇ ਸਿਰਫ ਆਪਣੇ ਅੰਡਰਵੇਅਰ ਵਿੱਚ ਸੀ। ਪਾਈਨ ਅਤੇ ਕੈਂਪ ਦੇ ਵਿਚਕਾਰ ਖੋਜਕਰਤਾਵਾਂ ਨੂੰ 3 ਹੋਰ ਲਾਸ਼ਾਂ ਮਿਲੀਆਂ ਜਿਨ੍ਹਾਂ ਚੋਂ ਡਾਇਟਲਵ ਔਰ 2 ਹੋਰ ਲੋਕ ਸਨ ਜੋ ਜਾਪਦਾ ਸੀ ਕਿ ਉਹ ਕੈਂਪ ਵਿੱਚ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਪਾਈਨ ਦੇ ਦਰਖਤ ਤੋਂ 300, 480, 630 ਮੀਟਰ ਦੀ ਦੂਰੀ ਤੇ ਵੱਖਰੇ ਤੌਰ ਤੇ ਪਾਏ ਗਏ ਸਨ। ਬਾਕੀ 4 ਯਾਤਰੀਆਂ ਦੀ ਭਾਲ ਵਿੱਚ 2 ਮਹੀਨਿਆਂ ਤੋਂ ਵੱਧ ਸਮਾਂ ਲੱਗ ਗਿਆ। ਉਹ ਆਖਰਕਾਰ 4 ਮਈ ਨੂੰ 4 ਮੀਟਰ ਬਰਫ਼ ਦੇ ਹੇਠਾਂ ਲੱਭੇ ਗਏ ਸਨ। ਮਈ ਵਿੱਚ ਮਿਲੀਆਂ 4 ਲਾਸ਼ਾਂ ਦੀ ਜਾਂਚ ਨੇ ਤਸਵੀਰ ਬਦਲ ਦਿੱਤੀ। ਉਹਨਾਂ ਵਿੱਚੋਂ 3 ਨੂੰ ਘਾਤਕ ਸੱਟਾਂ ਲੱਗੀਆਂ, ਇੱਕ ਦੇ ਸਰੀਰ ਨੂੰ ਖੋਪੜੀ ਦਾ ਵੱਡਾ ਨੁਕਸਾਨ ਹੋਇਆ ਸੀ ਅਤੇ ਇੱਕ ਔਰਤ ਅਤੇ ਆਦਮੀ ਦੋਹਾਂ ਦੀ ਛਾਤੀ ਵਿੱਚ ਵੱਡੇ ਫ੍ਰੈਕਚਰ ਸਨ। ਅਜਿਹੇ ਨੁਕਸਾਨ ਲਈ ਲੋੜੀਂਦੀ ਤਾਕਤ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ। ਇੱਕ ਮਾਹਰ ਨੇ ਇਸ ਦੀ ਤੁਲਨਾ ਕਾਰ ਹਾਦਸੇ ਦੀ ਤਾਕਤ ਨਾਲ ਕੀਤੀ ਹੈ। ਖਾਸ ਤੌਰ ਤੇ ਲਾਸ਼ਾਂ ਤੇ ਕੋਈ ਬਾਹਰੀ ਜ਼ਖਮ ਨਹੀਂ ਸਨ, ਜਿਵੇਂ ਕਿ ਉਹ ਉੱਚ ਪੱਧਰ ਦੇ ਦਬਾਅ ਕਾਰਨ ਅਪਾਹਜ ਹੋ ਗਏ ਸਨ। ਇੱਕ ਔਰਤ ਦੀ ਜੀਭ ਗਾਇਬ ਸੀ, ਜੋ ਕਿ ਅਸੰਭਵ ਹੈ। ਸ਼ੁਰੂ ਵਿੱਚ ਕੁਝ ਅਟਕਲਾਂ ਲਗਾਈਆਂ ਗਈਆਂ ਸਨ ਕਿ ਆਦੀਵਾਸੀ ਮਾਨਸੀ ਲੋਕਾਂ ਨੇ ਆਪਣੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਲਈ ਸਮੂਹ ਤੇ ਹਮਲਾ ਕਰਕੇ ਕਤਲ ਕੀਤਾ ਹੋ ਸਕਦਾ ਹੈ, ਪਰ ਜਾਂਚ ਨੇ ਸੰਕੇਤ ਦਿੱਤਾ ਕਿ ਉਹਨਾਂ ਦੀਆਂ ਮੌਤਾਂ ਦੀ ਪ੍ਰਕਿਰਤੀ ਇਸ ਥੀਸਿਸ ਦਾ ਸਮਰਥਨ ਨਹੀਂ ਕਰਦੀ ਸੀ। ਇਕੱਲੇ ਪੈਦਲ ਯਾਤਰੀਆਂ ਦੇ ਪੈਰਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਸਨ ਅਤੇ ਉਹਨਾਂ ਦੇ ਲੜਨ ਜਾਂ ਸੰਘਰਸ਼ ਦਾ ਕੋਈ ਸੰਕੇਤ ਨਹੀਂ ਦਿਖਾਈ ਦਿੰਦਾ। ਇਸ ਗੱਲ ਦਾ ਸਬੂਤ ਸੀ ਕਿ ਟੀਮ ਨੂੰ ਰਾਤ ਵੇਲੇ ਕੈਂਪ ਛੱਡਣ ਲਈ ਮਜਬੂਰ ਕੀਤਾ ਗਿਆ ਸੀ ਕਿਉਂਕਿ ਉਹ ਸੋ ਰਹੇ ਸਨ। ਹਾਲਾਂਕਿ ਤੂਫਾਨ ਦੇ ਨਾਲ ਤਾਪਮਾਨ ਬਹੁਤ ਘੱਟ, ਲਗਭਗ -25 ਡਿਗਰੀ ਤੋਂ -30 ਡਿਗਰੀ ਸੈਲਸੀਅਸ ਸੀ, ਪਰ ਮਰੇ ਹੋਏ ਲੋਕਾਂ ਨੇ ਸਿਰਫ ਅੰਸ਼ਕ ਤੌਰ ਤੇ ਕੱਪੜੇ ਪਾਏ ਹੋਏ ਸਨ, ਜਿਵੇਂ ਕਿ ਉਹਨਾਂ ਦੇ ਅੰਡਰਵੇਅਰ ਵਗੈਰਾ, ਅਤੇ ਜੋ ਇਸ ਬੇਹੱਦ ਠੰਡੇ ਹਾਲਾਤਾਂ ਲਈ ਨਿਸ਼ਚਿਤ ਤੌਰ ਤੇ ਨਾਕਾਫੀ ਸੀ। ਉਹਨਾਂ ਵਿੱਚੋਂ ਕੁਝ ਕੋਲ ਸਿਰਫ ਉਹਨਾਂ ਦੇ ਸ਼ੂਜ਼ ਸੀ, ਜਦੋਂ ਕਿ ਦੂਜਿਆਂ ਕੋਲ ਕੋਈ ਸ਼ੂਜ਼ ਨਹੀਂ ਸੀ ਜਾਂ ਸਿਰਫ ਜੁਰਾਬਾਂ ਪਹਿਨੀਆਂ ਹੋਈਆਂ ਸਨ। ਫਟੇ ਹੋਏ ਕੱਪੜਿਆਂ ਦੇ ਟੁਕੜਿਆਂ ਵਿੱਚ
ਲਪੇਟੇ ਹੋਏ ਮਿਲੇ ਜੋ ਪਹਿਲਾਂ ਹੀ ਮਰ ਚੁੱਕੇ ਲੋਕਾਂ ਤੋਂ ਕੱਟੇ ਹੋਏ ਜਾਪਦੇ ਸਨ। ਪੁੱਛਗਿੱਛ ਫਾਈਲਾਂ ਤੇ ਉਪਲਬਧ ਹਿੱਸਿਆਂ ਦੀ ਰਿਪੋਰਟ ਕਰਨ ਵਾਲੇ ਪੱਤਰਕਾਰ ਦਾਅਵਾ ਕਰਦੇ ਹਨ ਕਿ ਗਰੁੱਪ ਦੇ 6 ਮੈਂਬਰਾਂ ਦੀ ਹਾਈਪੋਥਰਮੀਆ ਅਤੇ 3 ਘਾਤਕ ਸੱਟਾਂ ਕਾਰਨ ਮੌਤ ਹੋ ਗਈ। ਖੋਲਾਤ ਸਿਆਕਲ ਦੇ 9 ਯਾਤਰੀਆਂ ਤੋਂ ਇਲਾਵਾ ਆਸ-ਪਾਸ ਦੇ ਹੋਰ ਲੋਕਾਂ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਤੰਬੂ ਅੰਦਰੋਂ ਕੱਟਿਆ ਗਿਆ ਸੀ। ਪੀੜਤਾਂ ਦੀ ਮੌਤ ਉਹਨਾਂ ਦੇ ਆਖਰੀ ਭੋਜਨ ਤੋਂ 6 ਤੋਂ 8 ਘੰਟੇ ਬਾਅਦ ਹੋ ਗਈ ਸੀ। ਕੈਂਪ ਤੋਂ ਮਿਲੇ ਨਿਸ਼ਾਨਾਂ ਤੋਂ ਪਤਾ ਚੱਲਦਾ ਹੈ ਕਿ ਸਮੂਹ ਦੇ ਸਾਰੇ ਮੈਂਬਰ ਜ਼ਖਮੀ ਪਾਏ ਗਏ ਪੈਦਲ ਹੀ ਆਪਣੀ ਮਰਜ਼ੀ ਨਾਲ ਕੈਂਪ ਛੱਡ ਗਏ ਸਨ, ਜੋ ਕਿ ਇਸ ਠੰਡ ਵਿੱਚ ਅਸੰਭਵ ਹੈ। ਤੁਸੀਂ ਆਪ ਹੀ ਸੋਚੋ ਕਿ -25 ਜਾਂ 30 ਡਿਗਰੀ ਤੇ ਕਿਸ ਦਾ ਮਨ ਆਪਣੇ ਬਿਸਤਰੇ ਤੋਂ ਬਿਨਾਂ ਕੱਪੜਿਆਂ ਦੇ ਬਾਹਰ ਨਿਕਲਣ ਦਾ ਕਰੇਗਾ। ਯਕੀਨਨ ਕਿਸੇ ਵੀ ਸਮਝਦਾਰ ਦਾ ਐਸਾ ਮਨ ਨਹੀਂ ਕਰੇਗਾ। ਇਸ ਦੀ ਜਾਂਚ ਕਰ ਰਹੇ ਇੱਕ ਡਾਕਟਰ ਨੇ ਸੁਝਾਅ ਦਿੱਤਾ ਕਿ 3 ਲਾਸ਼ਾਂ ਦੀਆਂ ਘਾਤਕ ਸੱਟਾਂ ਕਿਸੇ ਮਨੁੱਖ ਦੁਆਰਾ ਨਹੀਂ ਹੋ ਸਕਦੀਆਂ ਸਨ, ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਤਾਕਤ ਨਾਲ ਉਹ ਸੱਟਾਂ ਦਿੱਤੀਆਂ ਗਈਆਂ ਸੀ। ਫੋਰੈਂਸਿਕ ਰੇਡੀਏਸ਼ਨ ਟੈਸਟਾਂ ਨੇ ਕੁਝ ਪੀੜਤਾਂ ਦੇ ਕੱਪੜਿਆਂ ਤੇ ਰੇਡੀਓਐਕਟਿਵ ਗੰਦਗੀ ਦੀਆਂ ਉੱਚ ਮਾਤਰਾ ਦੱਸੀਆਂ ਸਨ, ਜੋ ਉਸ ਪਹਾੜ ਤੇ ਅਸੰਭਵ ਸੀ। ਅੰਤਮ ਫੈਸਲਾ ਇਹ ਸੀ ਕਿ ਸਮੂਹ ਦੇ ਸਾਰੇ ਮੈਂਬਰ ਇੱਕ ਅਣਜਾਣ ਤਾਕਤ ਦੇ ਕਾਰਨ ਮਰ ਗਏ। ਦੋਸ਼ੀ ਧਿਰ ਦੀ ਗੈਰ ਮੌਜੂਦਗੀ ਦੇ ਕਾਰਨ ਮਈ 1959 ਵਿੱਚ ਜਾਂਚ ਅਧਿਕਾਰਤ ਤੌਰ ਤੇ ਬੰਦ ਹੋ ਗਈ ਸੀ। ਫਾਈਲਾਂ ਨੂੰ ਇੱਕ ਗੁਪਤ ਆਰਕਾਈਵ ਵਿੱਚ ਭੇਜਿਆ ਗਿਆ ਸੀ ਅਤੇ ਕੇਸ ਦੀਆਂ ਫੋਟੋਕਾਪੀਆਂ 1990 ਵਿੱਚ ਹੀ ਉਪਲਬਧ ਹੋਈਆਂ ਸਨ, ਜਿਸ ਦੇ ਕੁਝ ਹਿੱਸੇ ਗਾਇਬ ਸਨ। ਕੁਝ ਖੋਜਕਰਤਾ ਹੇਠਾਂ ਦਿੱਤੇ ਤੱਥਾਂ ਵੱਲ ਇਸ਼ਾਰਾ ਕਰਦੇ ਹਨ ਜੋ ਅਧਿਕਾਰੀਆਂ ਦੁਆਰਾ ਲੁਕੋ ਦਿੱਤੇ ਗਏ ਸਨ। ਅੰਤਮ ਸੰਸਕਾਰ ਤੋਂ ਬਾਅਦ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦਾਅਵਾ ਕੀਤਾ ਕਿ ਪੀੜਤਾਂ ਦੀ ਚਮੜੀ ਅਜੀਬ ਸੰਤਰੀ ਰੰਗ ਦੀ ਸੀ। ਇੱਕ ਸਾਬਕਾ ਜਾਂਚ ਅਧਿਕਾਰੀ ਨੇ ਇੱਕ ਨਿੱਜੀ ਇੰਟਰਵਿਊ ਵਿੱਚ ਕਿਹਾ ਕਿ ਉਸ ਦੇ ਡੋਜੀਮੀਟਰ ਨੇ ਖੋਲਤ ਸਿਆਕਲ ਤੇ ਰੇਡੀਏਸ਼ਨ ਦਾ ਪੱਧਰ ਉੱਚਾ ਦਿਖਾਇਆ ਸੀ ਅਤੇ ਇਹ ਲਾਸ਼ਾਂ ਤੇ ਰੇਡੀਏਸ਼ਨ ਦੇ ਨਿਸ਼ਾਨ ਸੀ। ਹਾਲਾਂਕਿ ਰੇਡੀਏਸ਼ਨ ਗੰਦਗੀ ਦੇ ਸਰੋਤ ਦਾ ਪਤਾ ਨਹੀਂ ਲੱਗਾ। ਦੋਸਤੋ, ਡੋਜ਼ੀਮੀਟਰ ਇੱਕ ਯੰਤਰ ਹੁੰਦਾ ਹੈ ਜੋ ਸਰਲ ਭਾਸ਼ਾ ਵਿੱਚ ਰੇਡੀਏਸ਼ਨ ਦੀ ਮਾਤਰਾ ਨੂੰ ਮਾਪਦਾ ਹੈ। ਹਾਈਕਰਾਂ ਦੇ ਇੱਕ ਹੋਰ ਸਮੂਹ ਦੁਰਘਟਨਾ ਤੋਂ ਲਗਭਗ 50 ਕਿਲੋਮੀਟਰ ਦੱਖਣ ਵਿੱਚ ਸੀ ਨੇ ਦੱਸਿਆ ਕਿ ਉਹਨਾਂ ਨੇ ਰਾਤ ਨੂੰ ਅਸਮਾਨ ਵਿੱਚ ਉੱਤਰ ਵੱਲ ਸੰਭਾਵਤ ਤੌਰ ਤੇ ਖੋਲਾਤ ਸਿਆਕਲ ਦੀ ਦਿਸ਼ਾ ਵਿੱਚ ਅਜੀਬੋ-ਗਰੀਬ ਸੰਤਰੀ ਗੋਲੇ ਉਸੇ ਤਾਰੀਖ ਨੂੰ ਦੇਖੇ ਜਦੋਂ ਹਾਦਸਾ ਵਾਪਰਿਆ ਸੀ। ਵੱਖ-ਵੱਖ ਗਵਾਹਾਂ, ਮੌਸਮ ਵਿਗਿਆਨ ਸੇਵਾ ਅਤੇ ਫੌਜ ਸਮੇਤ ਫਰਵਰੀ ਤੋਂ ਮਾਰਚ 1959 ਦੀ ਮਿਆਦ ਦੇ ਦੌਰਾਨ ਲਗਾਤਾਰ ਆਸ-ਪਾਸ ਦੇ ਖੇਤਰਾਂ ਵਿੱਚ ਸਮਾਨ ਗੋਲੇ ਦੇਖੇ ਗਏ ਸਨ। ਪੀੜਤਾਂ ਦੇ ਵਿਵਹਾਰ ਦੇ ਕੁਝ ਪੁਨਰਗਠਨ ਤੋਂ ਪਤਾ ਲੱਗਦਾ ਹੈ ਕਿ ਉਹ ਅੰਨ੍ਹੇ ਹੋ ਗਏ ਸਨ। ਬਚਾਅ ਟੀਮ ਨੇ ਦੇਖਿਆ ਕਿ ਪੀੜਤਾਂ ਨੇ ਅੱਗ ਲਈ ਗਿੱਲੀ ਅਤੇ ਮੋਟੀਆਂ ਪਾਈਨ ਲੱਕੜਾਂ ਨੂੰ ਤੋੜ ਦਿੱਤਾ, ਜਦਕਿ ਆਲੇ-ਦੁਆਲੇ ਚੰਗੀ ਸੁੱਕੀ ਲੱਕੜਾਂ ਮੌਜੂਦ ਸੀ। ਕੁਝ ਰਿਪੋਰਟਰਾਂ ਨੇ ਸੁਝਾਅ ਦਿੱਤਾ ਕਿ ਖੇਤਰ ਵਿੱਚ ਬਹੁਤ ਜ਼ਿਆਦਾ ਸਕ੍ਰੈਪ ਮੈਟਲ ਸਥਿਤ ਸੀ, ਜਿਸ ਨਾਲ ਇਹ ਅੰਦਾਜ਼ਾ ਲਗਾਇਆ ਗਿਆ ਸੀ ਕਿ ਫੌਜ ਨੇ ਇਸ ਖੇਤਰ ਦੀ ਗੁਪਤ ਰੂਪ ਵਿੱਚ ਵਰਤੋਂ ਕੀਤੀ ਸੀ ਅਤੇ ਹੋ ਸਕਦਾ ਹੈ ਕਿ ਉਹ ਕਵਰ ਅਪ ਵਿੱਚ ਰੁੱਝੇ ਹੋਏ ਸਨ। ਤੋ ਦੋਸਤੋ, ਇਹ ਸਭ ਸਵਾਲਾਂ ਦੇ ਜਵਾਬ ਤੁਸੀਂ ਕਮੈਂਟਾਂ ਰਾਹੀਂ ਦੇ ਸਕਦੇ ਹੋ। ਬਾਕੀ ਤੁਹਾਨੂੰ ਅਗਰ ਇਹ ਸੱਚੀਆਂ ਕਹਾਣੀਆਂ ਪਸੰਦ ਆਉਂਦੀਆਂ ਹਨ ਤਾਂ ਹੌਰਰ ਸਟੋਰੀ ਇਨ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਪੰਜਾਬੀ ਵਿੱਚ ਪਹਿਲਾ ਹੌਰਰ ਸਟੋਰੀ YouTube ਚੈਨਲ ਹੈ। ਦੋਸਤੋ, ਤੁਸੀਂ ਜੇ ਕੋਈ ਸਪੈਸ਼ਲ ਦੀਵਾਲੀ ਹੌਰਰ ਸਟੋਰੀ ਸੁਣਨਾ ਚਾਹੁੰਦੇ ਹੋ ਤਾਂ ਇਸ ਆਈ ਬਟਨ ਤੇ ਕਲਿੱਕ ਕਰੋ, ਨਹੀਂ ਤਾਂ ਇਹ ਰੀਅਲ ਸਟੋਰੀ ਜਾਰੀ ਰੱਖੋ। ਇਹ ਦੂਸਰੀ ਕਹਾਣੀ ਵਿੱਚ ਇੱਕ ਲੜਕੀ ਆਪਣੇ ਬਚਪਨ ਦੀ ਏਲੀਅਨਸ ਦੀ ਅਨੋਖੀ ਘਟਨਾ ਬਾਰੇ ਦੱਸ ਰਹੀ ਹੈ। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਮੈਂ ਇੱਕ ਛੋਟੀ ਬੱਚੀ ਸੀ। ਮੇਰਾ ਨਾਮ ਸ਼ਰਲਿਨ ਹੈ। ਮੇਰੇ ਮੰਮੀ ਅਤੇ ਡੈਡੀ ਦਾ ਇੱਕ ਵਿਸ਼ਾਲ 3 ਮੰਜ਼ਿਲਾ ਘਰ ਸੀ। ਮੈਂ ਅਤੇ ਮੇਰੀ ਜੁੜਵਾ ਭੈਣ ਕਾਰਾ ਨੇ ਪੂਰੀ ਉੱਪਰਲੀ ਮੰਜ਼ਿਲ ਦਾ ਚੁਬਾਰਾ ਆਪਣੇ ਇਸਤੇਮਾਲ ਲਈ ਲਿਆ ਸੀ। ਸਾਡੇ ਕੋਲ 2 ਡਬਲ ਬੈੱਡ, ਇੱਕ ਸੋਫਾ, ਇੱਕ ਟੀਵੀ ਅਤੇ ਸਾਡੇ ਬਾਰਬੀਜ਼ ਅਤੇ ਹੋਰ ਖਿਡੌਣਿਆਂ ਲਈ ਇੱਕ ਚੌੜਾ ਖੇਤਰ ਸੀ। ਸਾਡਾ ਘਰ ਰੁੱਖਾਂ ਅਤੇ ਜੰਗਲਾਂ ਨਾਲ ਘਿਰਿਆ ਹੋਇਆ ਸੀ। ਮੈਨੂੰ ਲੱਗਦਾ ਹੈ ਕਿ ਨਜ਼ਦੀਕੀ ਗੁਆਂਢੀ ਲਗਭਗ 15 ਮਿੰਟ ਦੂਰ ਸਨ ਅਤੇ ਉਹਨਾਂ ਕੋਲ ਇੱਕ ਵਿਸ਼ਾਲ ਫਾਰਮ ਸੀ ਜਿਸ ਵਿੱਚ ਅਸੀਂ ਵੀ ਖੇਡਣਾ ਪਸੰਦ ਕਰਦੇ ਸੀ। ਮੈਨੂੰ ਲੱਗਦਾ ਹੈ ਕਿ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਮੈਂ 7-8 ਸਾਲ ਦੀ ਸੀ। ਉਹ ਉਦੋਂ ਹੁੰਦਾ ਹੈ ਜਦੋਂ ਮੈਂ ਆਪਣੇ ਪੂਰੇ ਸਰੀਰ ਨੂੰ ਚਾਦਰ ਨਾਲ ਢੱਕਣ ਦੀ ਆਦਤ ਵਿਕਸਿਤ ਕੀਤੀ। ਮੈਂ ਹਰ ਰਾਤ ਚਾਦਰ ਦੇ ਹੇਠਾਂ ਸਿਰ ਕਰਕੇ ਹੀ ਸੌਂਦੀ ਹਾਂ, ਕੁਝ ਅਜਿਹਾ ਜੋ ਮੈਂ ਅਜੇ ਵੀ ਕਰਦੀ ਹਾਂ। ਮੇਰੇ ਅਤੇ ਕਾਰਾ, ਮੇਰੀ ਭੈਣ ਦੇ ਸਾਡੇ ਚੁਬਾਰੇ ਵਿੱਚ ਬਾਰੀਆਂ ਵੀ ਸਨ ਅਤੇ ਇੱਕ ਰਾਤ ਅਸੀਂ ਬਿਸਤਰੇ ਵਿੱਚ ਲੇਟੇ ਹੋਏ ਸੀ ਜਦੋਂ ਉਹਨਾਂ ਵਿੱਚੋਂ ਇੱਕ ਚਮਕਦਾਰ ਰੋਸ਼ਨੀ ਚਮਕੀ। ਮੈਂ ਕਾਰਾ ਵੱਲ ਦੇਖਿਆ ਅਤੇ ਉਹ ਸੋ ਰਹੀ ਸੀ। ਅਚਾਨਕ ਮੈਨੂੰ ਕਮਰੇ ਵਿੱਚ ਕੁਝ ਮਹਿਸੂਸ ਹੋਇਆ। ਇੱਕ ਛੋਟੇ ਜਿਹੇ ਬੱਚੇ ਵਾਂਗ ਜਾਪਦਾ ਸੀ ਜੋ ਸਾਡੇ ਡਰੈਸਰ ਕੋਲ ਖੜਾ ਸੀ। ਬੱਚਾ ਅੱਗੇ ਵਧਿਆ ਅਤੇ ਮੈਂ ਬਸ ਉਸ ਦੀ ਵੱਡੀਆਂ ਅੱਖਾਂ ਮੇਰੇ ਵੱਲ ਦੇਖੀਆਂ। ਮੈਂ ਉਸ ਸਮੇਂ ਇੰਨੀ ਛੋਟੀ ਸੀ ਕਿ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਕੀ ਹੋ ਰਿਹਾ ਹੈ ਅਤੇ ਮੈਂ ਸੋਚਿਆ ਕਿ ਘਰ ਵਿੱਚ ਸਾਰਿਆਂ ਨੇ ਉਹਨਾਂ ਨੂੰ ਦੇਖਿਆ ਹੋਵੇਗਾ। ਮੈਂ ਇਸ ਬਾਰੇ ਆਪਣੇ ਮਾਪਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ
ਪਰ ਉਹਨਾਂ ਨੇ ਕਿਹਾ ਕਿ ਮੈਂ ਸੁਪਨਾ ਦੇਖ ਰਹੀ ਹੋਵਾਂਗੀ ਜਾਂ ਮੈਂ ਇਸ ਦੀ ਕਲਪਨਾ ਕੀਤੀ ਹੋਵੇਗੀ। ਜਦੋਂ ਵੀ ਇਹ ਪ੍ਰਾਣੀ ਮੇਰੇ ਘਰ ਵਿੱਚ ਨਜ਼ਰ ਆਉਂਦੇ ਹਨ ਤਾਂ ਹਰ ਵਾਰ ਕਾਰਾ ਆਪਣੇ ਬਿਸਤਰੇ 'ਤੇ ਫਰੋਜ਼ਨ ਹੋ ਜਾਂਦੀ ਹੈ ਅਤੇ ਕਦੇ ਹਿਲਦੀ ਨਹੀਂ ਸੀ। ਮੈਂ ਉਸ ਨੂੰ ਕਈ ਵਾਰ ਜਗਾਉਣ ਦੀ ਕੋਸ਼ਿਸ਼ ਕਰਦੀ ਹਾਂ ਪਰ ਉਹ ਜਾਗਦੀ ਨਹੀਂ ਹੈ। ਹੁਣ ਮੈਂ 24 ਸਾਲ ਦੀ ਹਾਂ ਅਤੇ ਫਲੈਟਾਂ ਦੇ ਇੱਕ ਬਲਾਕ ਵਿੱਚ ਆਪਣੇ ਪਤੀ ਨਾਲ ਰਹਿੰਦੀ ਹਾਂ। ਮੈਂ ਆਪਣੇ ਪਤੀ ਨੂੰ ਇਸ ਸਭ ਬਾਰੇ ਕਿਸੇ ਵੀ ਚੀਜ਼ ਬਾਰੇ ਨਹੀਂ ਦੱਸਿਆ ਜੋ ਮੈਂ ਅਨੁਭਵ ਕੀਤਾ ਹੈ। ਮੈਂ ਉਹਨਾਂ ਜੀਵਾਂ ਨੂੰ ਕੁਝ ਸਾਲਾਂ ਲਈ ਨਹੀਂ ਦੇਖਿਆ ਅਤੇ ਮੈਂ ਸੋਚਦੀ ਹਾਂ ਕਿ ਸ਼ਾਇਦ ਹੁਣ ਉਹ ਨਹੀਂ ਦਿਖਣਗੇ। ਮੈਂ ਇਹਨਾਂ ਜੀਵਾਂ ਬਾਰੇ ਇੰਟਰਨੈਟ ਤੇ ਕਈ ਆਰਟੀਕਲਸ ਪੜ੍ਹੇ ਅਤੇ ਹੁਣ ਮੈਂ ਜਾਣ ਗਈ ਹਾਂ ਕਿ ਉਹ ਏਲੀਅਨਸ ਹੈ ਜੋ ਸ਼ਾਇਦ ਲੋਕਾਂ ਨੂੰ ਕਿਸੇ ਤਰੀਕੇ ਨਾਲ ਗਹਿਰੀ ਨੀਂਦ ਵਿੱਚ ਭੇਜ ਦਿੰਦੇ ਨੇ, ਪਰ ਸ਼ਾਇਦ ਉਹਨਾਂ ਦੀ ਇਹ ਤਕਨੀਕ ਮੇਰੇ ਉੱਤੇ ਕਿਸੇ ਕਾਰਨਵਸ਼ ਕੰਮ ਨਹੀਂ ਕਰਦੀ, ਇਸ ਲਈ ਉਹ ਮੈਨੂੰ ਅਬਜ਼ੌਰਬ ਕਰ ਰਹੇ ਸੀ। ਇੱਕ ਰਾਤ ਜਦੋਂ ਮੈਂ ਆਪਣੇ ਬਿਸਤਰੇ ਵਿੱਚ ਜਾਗ ਰਹੀ ਸੀ, ਅਚਾਨਕ ਮੈਂ ਕਮਰੇ ਵਿੱਚ ਇੱਕ ਜਾਣੀ ਪਛਾਣੀ ਮੌਜੂਦਗੀ ਮਹਿਸੂਸ ਕੀਤੀ। ਮੈਂ ਦਰਵਾਜ਼ੇ ਦੇ ਕੋਲ ਕੁਝ ਬੱਚਿਆਂ ਵਰਗੇ ਜਾਨਵਰਾਂ ਨੂੰ ਖੜੇ ਦੇਖਿਆ। ਮੈਂ ਇੱਕ ਜੀਵ ਨੂੰ ਬਿਸਤਰੇ ਵੱਲ ਆਉਂਦਾ ਦੇਖਿਆ ਅਤੇ ਫਿਰ ਵੀ ਮੈਂ ਉਹਨਾਂ ਕਾਲੀਆਂ ਅੱਖਾਂ ਵੱਲ ਦੇਖ ਰਹੀ ਸੀ। ਉਸ ਏਲੀਅਨ ਨੇ ਆਪਣਾ ਮੂੰਹ ਨਹੀਂ ਹਿਲਾਇਆ, ਪਰ ਮੇਰੇ ਦਿਮਾਗ ਵਿੱਚ ਕੁਝ ਅਜਿਹੇ ਸ਼ਬਦ ਆਏ, ਡਰੋ ਮਤ। ਫਿਰ ਮੈਂ ਆਪਣੇ ਬਿਸਤਰੇ ਤੇ ਵਾਪਸ ਜਾਗ ਪਈ। ਮੈਂ ਇਸ ਬਾਰੇ ਆਪਣੇ ਪਤੀ ਨਾਲ ਗੱਲ ਕੀਤੀ ਅਤੇ ਉਹ ਸੋਚਦੇ ਹੈ ਕਿ ਇਹ ਬਹੁਤ ਅਜੀਬ ਹੈ। ਉਹ ਮੇਰੇ ਤੇ ਵਿਸ਼ਵਾਸ ਕਰਦੇ ਹੈ ਅਤੇ ਹੁਣ ਉਹਨਾਂ ਨੇ ਆਪਣੇ ਫੋਨ ਤੇ ਇਸ ਐਪ ਨੂੰ ਡਾਊਨਲੋਡ ਕੀਤਾ ਹੈ ਜੋ ਤੁਹਾਡੇ ਸੌਂਦੇ ਸਮੇਂ ਰਿਕਾਰਡ ਕਰਦਾ ਹੈ ਅਤੇ ਤੁਹਾਨੂੰ ਦੱਸਦਾ ਹੈ ਕਿ ਕੋਈ ਤੁਹਾਡੇ ਆਸ-ਪਾਸ ਹਿਲਜੁਲ ਹੈ। ਮੈਂ ਘਬਰਾ ਗਈ ਹਾਂ। ਮੈਂ ਅਜੇ ਵੀ ਚਾਦਰ ਦੇ ਹੇਠਾਂ ਸਿਰ ਰੱਖ ਕੇ ਸੌਂਦੀ ਹਾਂ ਅਤੇ ਮੈਂ ਸੋਚਿਆ ਕਿ ਹੌਲੀ-ਹੌਲੀ ਇਹ ਏਲੀਅਨਸ ਨਾਲ ਮੁਲਾਕਾਤਾਂ ਬੰਦ ਹੋ ਜਾਣਗੀਆਂ। ਮੈਂ ਬਸ ਚਾਹੁੰਦੀ ਹਾਂ ਕਿ ਉਹ ਰੁਕ ਜਾਣ। ਮੈਂ ਹੁਣ ਦਿਨ ਵੇਲੇ ਝਪਕੀ ਲੈਣ ਦੀ ਕੋਸ਼ਿਸ਼ ਕਰ ਰਹੀ ਹਾਂ ਤਾਂ ਜੋ ਮੈਂ ਰਾਤ ਨੂੰ ਜਾਗ ਸਕਾਂ ਅਤੇ ਮੈਂ ਇਹਨਾਂ ਦੀ ਵੀਡੀਓ ਰਿਕਾਰਡ ਕਰਕੇ ਸਬੂਤ ਕਿ ਇਸ ਤਰ੍ਹਾਂ ਅੱਜ ਵੀ ਕਈ ਥਾਵਾਂ ਤੇ ਏਲੀਅਨਸ ਲੋਕਾਂ ਤੇ ਨਜ਼ਰ ਬਣਾਏ ਬੈਠੇ ਹੈ। ਉਹ ਸਾਨੂੰ ਚੰਗੀ ਤਰ੍ਹਾਂ ਜਾਣਦੇ ਹੈ। ਦੋਸਤੋ, ਇਹ ਸੱਚੀ ਕਹਾਣੀ ਅਸੀਂ ਇੱਕ ਵੈਬਸਾਈਟ ਤੋਂ ਲਈ ਹੈ। ਤੁਸੀਂ ਵੀ ਆਪਣੀ ਕਹਾਣੀ WhatsApp ਨਾਲ ਸਾਨੂੰ ਸ਼ੇਅਰ ਕਰ ਸਕਦੇ ਹੋ। ਬਾਕੀ ਤੁਸੀਂ ਇਸ ਕਹਾਣੀ ਬਾਰੇ ਕੀ ਸੋਚਦੇ ਹੋ, ਕਮੈਂਟ ਕਰਕੇ ਦੱਸੋ। ਅਸੀਂ ਤੁਹਾਡੇ ਕਮੈਂਟਾਂ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰਾਂਗੇ। ਜੇ ਸਾਡੇ ਚੈਨਲ ਤੇ ਤੁਸੀਂ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਕਿ ਸਾਡਾ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ। ਤਾਂ ਫਿਰ ਚੱਲਦੇ ਹਾਂ, ਛੇਤੀ ਹੀ ਫਿਰ ਮਿਲਾਂਗੇ ਇੱਕ ਹੋਰ ਸੱਚੀ ਕਹਾਣੀ ਦੇ ਨਾਲ। ਤਦ ਤੱਕ ਲਈ ਗੁੱਡ ਬਾਏ।